ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਬਠਿੰਡਾ ਖਬਰਨਾਮਾ। ਬੁਲੇਟਿਨ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਪਹਿਲਾਂ ਨਜ਼ਰ ਮਾਰਦੇ ਹਾਂ ਬੁਲੇਟਿਨ ਦੀਆਂ ਖਾਸ ਖਬਰਾਂ ਤੇ। ਗਰਮੀ ਦਾ ਪ੍ਰਕੋਪ ਵਧਦਿਆਂ ਹੀ ਬਿਜਲੀ ਸੰਕਟ ਹੋਣ ਲੱਗਾ ਗੰਭੀਰ। ਥਰਮਲ ਪਲਾਂਟਾਂ ਵਿੱਚ ਪੈਦਾ ਹੋਣ ਲੱਗੀ ਕੋਲੇ ਦੀ ਕਿੱਲਤ। ਬਿਜਲੀ ਮਾਫੀ ਦੇ ਐਲਾਨ ਤੇ ਬਿਜਲੀ ਮੰਤਰੀ ਦਾ ਨਵਾਂ ਐਲਾਨ। ਕਿਹਾ 1 ਕਿਲੋਵਾਟ ਵੱਧ ਲੋਡ ਵਾਲੇ ਐਸਸੀ ਉਪਭੋਗਤਾ ਨੂੰ ਵੀ ਵੱਧ ਯੂਨਿਟ ਤੇ ਦੇਣਾ ਪਵੇਗਾ ਪੂਰਾ ਬਿੱਲ। ਗੁਲਾਬੀ ਸੁੰਡੀ ਦੇ ਝੰਬੇ ਕਿਸਾਨਾਂ ਤੇ ਦੋਹਰੀ ਮਾਰ ਹੋਈ ਬਰਦਾਸ਼ਤ ਤੋਂ ਬਾਹਰ। ਕਣਕ ਦੇ ਘਟੇ ਝਾੜ ਕਾਰਨ ਤੇਜ਼ ਹੋਇਆ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ। ਬਠਿੰਡਾ ਜ਼ਿਲ੍ਹੇ 'ਚ ਇੱਕੋ ਦਿਨ 2 ਕਿਸਾਨਾਂ ਵੱਲੋਂ ਖੁਦਕੁਸ਼ੀ। ਨਵੀਂ ਸਰਕਾਰ ਬਣਨ ਤੇ ਵੀ ਚਿੱਟੇ ਤੋਂ ਰਾਹਤ ਨਹੀਂ ਹੋ ਰਹੀ ਅਸਰਦਾਰ ਕਾਰਵਾਈ। ਸ਼ਰੇਆਮ ਵਿਕਦੇ ਚਿੱਟੇ ਨੂੰ ਰੋਕਣ ਲਈ ਲੋਕ ਖੁਦ ਆ ਰਹੇ ਨੇ ਅੱਗੇ। ਬਠਿੰਡਾ ਵਿੱਚ ਲੋਕਾਂ ਨੇ ਇੱਕ ਲੜਕੀ ਨੂੰ ਮੁੰਡੇ ਤੋਂ ਚਿੱਟਾ ਖਰੀਦਣ ਦੇ ਇਲਜ਼ਾਮਾਂ ਤਹਿਤ ਕੀਤਾ ਪੁਲਿਸ ਹਵਾਲੇ, ਜਾਂਚ ਜਾਰੀ। ਅਤੇ ਮੌਸਮ ਵਿਭਾਗ ਦਾ ਕਿਸਾਨਾਂ ਦੇ ਸਾਹ ਸੁਕਾਉਣ ਵਾਲਾ ਅਨੁਮਾਨ। ਅਗਲੇ 3 ਦਿਨ ਚੱਲ ਸਕਦੀ ਹੈ ਤੇਜ਼ ਹਨੇਰੀ ਤੇ ਹੋ ਸਕਦੀ ਹੈ ਬਾਰਿਸ਼। ਤੇ ਹੁਣ ਖਬਰਾਂ ਦੀ ਤਫਸੀਲ ਸ਼ੁਰੂ ਕਰਦੇ ਹਾਂ ਵੱਡੀ ਖਬਰ ਤੋਂ। ਸਰਕਾਰ ਬਣਦਿਆਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਵਿੱਚ ਬਿਜਲੀ ਸੰਕਟ ਦੇ ਨਾਲ ਕਿਵੇਂ ਨਿਪਟਣਾ, ਇਹ ਵੱਡੀ ਚੁਣੌਤੀ ਦਰਪੇਸ਼ ਹੋ ਗਈ ਹੈ। ਪੰਜਾਬ ਦੇ ਵਿੱਚ ਜਿਹੜਾ ਥਰਮਲ ਪਲਾਂਟਾਂ ਦੇ ਵਿੱਚੋਂ ਸਿਰਫ ਇੱਕ ਰਾਜਪੁਰਾ ਦੇ ਥਰਮਲ ਪਲਾਂਟ ਨੂੰ ਛੱਡ ਕੇ ਬਾਕੀ ਸਾਰੇ ਥਰਮਲ ਪਲਾਂਟਾਂ ਦੇ ਵਿੱਚ ਕੋਲੇ ਦੀ ਜਿਹੜੀ ਹੈ ਉਹ ਕਮੀ ਪੈਦਾ ਹੁੰਦੀ ਜਾ ਰਹੀ ਹੈ ਔਰ ਅਗਲੇ 1-2 ਦਿਨਾਂ ਦੇ ਵਿੱਚ ਇਹ ਸੰਕਟ ਹੋਰ ਗੰਭੀਰ ਹੋ ਸਕਦਾ ਹੈ। ਬਿਜਲੀ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ, ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ ਨੇ। ਇਸ ਦੇ ਨਾਲ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਲੰਬੇ ਕੱਟ ਲੱਗ ਰਹੇ ਨੇ ਬਿਜਲੀ ਦੇ। ਤੇ ਝੋਨੇ ਦੀ ਬਿਜਾਈ ਜਦੋਂ ਤੱਕ ਸ਼ੁਰੂ ਹੋਣੀ ਹੈ ਤਾਂ ਜ਼ਾਹਿਰ ਹੈ ਅਗਰ ਬਿਜਲੀ ਦਾ ਸੰਕਟ ਹੋਰ ਗਹਿਰਾ ਹੈ ਤਾਂ ਇਹ ਕੱਟ ਜਿਹੜੇ ਨੇ ਹੋਰ ਲੰਬੇ ਹੋ ਸਕਦੇ ਨੇ, ਇਹਨਾਂ ਦਾ ਦਾਇਰਾ ਹੋਰ ਵੱਧ ਸਕਦਾ ਹੈ। ਇਹ ਅਗਲੇ ਦਿਨਾਂ ਦੇ ਵਿੱਚ ਤੈਅ ਹੋਏਗਾ ਕਿਉਂਕਿ ਸਾਰੇ ਥਰਮਲ ਪਲਾਂਟਾਂ ਦੇ ਵਿੱਚ ਕੋਲੇ ਦੀ ਜਿਹੜੀ ਹੈ ਉਹ ਕਮੀ ਪਾਈ ਜਾ ਰਹੀ ਹੈ। ਸਿਰਫ ਰਾਜਪੁਰਾ ਦਾ ਥਰਮਲ ਪਲਾਂਟ ਥੋੜਾ ਸੰਤੁਸ਼ਟੀਜਨਕ ਸਥਿਤੀ ਦੇ ਵਿੱਚ ਹੈ ਕੋਲੇ ਨੂੰ ਲੈ ਕੇ ਫਿਲਹਾਲ, ਜਦੋਂ ਕਿ ਜੀਵੀਕੇ ਥਰਮਲ ਪਲਾਂਟ ਦੇ 2 ਯੂਨਿਟ ਹਫ਼ਤੇ ਤੋਂ ਪਹਿਲਾਂ ਹੀ ਬੰਦ ਪਏ ਨੇ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਵਿੱਚ ਸਿਰਫ 1-2 ਦਿਨ ਦਾ ਸਟਾਕ ਬਚਿਆ ਕੋਲੇ ਦਾ ਤੇ 1 ਯੂਨਿਟ ਇਸ ਦਾ ਤਕਨੀਕੀ ਖਰਾਬੀ ਕਰਕੇ ਬੰਦ ਪਿਆ। ਸੋ ਇਸ ਤਰ੍ਹਾਂ ਬਿਜਲੀ ਦਾ ਸੰਕਟ ਜਿਹੜਾ ਉਹ ਸੂਬੇ ਦੇ ਵਿੱਚ ਗਹਿਰਾਉਂਦਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰ ਦੇ ਯਤਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਜਿਹੜੇ ਨੇ ਉਹ ਕਰੀਬ 14 ਦਿਨ ਪਹਿਲਾਂ ਕੇਂਦਰੀ ਕੋਲਾ ਤੇ ਖਣਿਜ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਮਿਲ ਕੇ ਇਹ ਮੰਗ ਰੱਖ ਚੁੱਕੇ ਨੇ ਕਿ ਅਗਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਬਿਜਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜਿਹੜਾ ਪੈਡੀ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਦੇ ਮੱਦੇਨਜ਼ਰ ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਥਰਮਲ ਪਲਾਂਟਾਂ ਦੇ ਲਈ ਜਿਹੜਾ ਲੋੜੀਂਦਾ ਕੋਲਾ ਹੈ ਉਹ ਪਹਿਲਾਂ ਤੋਂ ਹੀ ਸਹੀ ਮਾਤਰਾ ਦੇ ਵਿੱਚ ਉਪਲਬਧ ਕਰਵਾਇਆ ਜਾਵੇ, ਮੁਹੱਈਆ ਕਰਵਾਇਆ ਜਾਵੇ। ਪਰ 14 ਦਿਨ ਬਾਅਦ ਵੀ ਫਿਲਹਾਲ ਸਥਿਤੀ ਜਿਉਂ ਦੀ ਤਿਉਂ ਹੈ। ਕੋਲੇ ਦੀ ਸਪਲਾਈ ਜਿਹੜੀ ਹੈ ਉਹ ਨਹੀਂ ਵਧਾਈ ਗਈ। ਵੇਖਣਾ ਹੋਏਗਾ ਕਦੋਂ ਤੱਕ ਕੇਂਦਰ ਸਰਕਾਰ ਜਿਹੜੀ ਹੈ ਉਹ ਰਾਜ ਸਰਕਾਰ ਦੀ ਇਹ ਮੰਗ ਮੰਨਦੀ ਹੈ, ਜਦੋਂ ਕੋਲਾ ਜਿਹੜਾ ਉਹ ਸੰਤੁਸ਼ਟੀਜਨਕ ਸਥਿਤੀ ਦੇ ਵਿੱਚ ਇਹਨਾਂ ਥਰਮਲ ਪਲਾਂਟਾਂ ਦੇ ਕੋਲ ਹੋਏਗਾ ਤਾਂ ਕਿ ਪੈਡੀ ਸੀਜ਼ਨ ਦੇ ਵਿੱਚ ਬਿਜਲੀ ਦੀ ਜਿਹੜੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਫਿਲਹਾਲ ਸਥਿਤੀ ਇਹ ਹੈ ਕਿ ਪੰਜਾਬ ਸਰਕਾਰ ਜਾਂ ਕਹਿ ਲਈਏ ਕਿ ਪਾਵਰਕਾਮ ਬਿਜਲੀ ਜਿਹੜੀ ਆ ਉਹ ਕੱਟਾਂ ਦੇ ਰਾਹੀਂ ਬਚਾ ਕੇ ਇਸ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਅਗਲੇ ਦਿਨਾਂ ਦੇ ਵਿੱਚ ਗਰਮੀ ਵੀ ਵੱਧ ਰਹੀ ਹੈ, ਬਿਜਲੀ ਦੀ ਜਿਹੜੀ ਡਿਮਾਂਡ ਹੈ ਉਹ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਘਰਾਂ ਦੇ ਵਿੱਚ ਜਿੱਥੇ ਬਿਜਲੀ ਦੀ ਖਪਤ ਵਧੀ ਹੈ ਤਾਂ ਖੇਤਾਂ ਦੇ ਵਿੱਚ ਜਦੋਂ ਬਿਜਲੀ ਦੀ ਖਪਤ ਵਧੇਗੀ ਤਾਂ ਇਹ ਸੰਕਟ ਜਿਹੜਾ ਉਹ ਹੋਰ ਜ਼ਿਆਦਾ ਗਹਿਰਾ ਜਾਊਗਾ। ਇਸ ਸੰਕਟ ਦੇ ਨਾਲ ਨਿਪਟਣ ਦੇ ਲਈ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਨੂੰ ਜਿਹੜੀ ਉਹ ਕੇਂਦਰ ਤੋਂ ਜਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ ਉਹ ਸਮੇਂ ਸਿਰ ਮਿਲਦੀ ਰਹੇ। ਤੇ ਹੀ ਨਹੀਂ, ਇਧਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਜਲੀ ਦੇ 300 ਯੂਨਿਟ ਮਾਫ ਕਰਨ ਦਾ ਜੋ ਐਲਾਨ ਕੀਤਾ ਗਿਆ ਹੈ ਉਹ ਐਲਾਨ ਤੋਂ ਤੁਰੰਤ ਬਾਅਦ ਹੀ ਇੱਕ ਨਵੇਂ ਵਿਵਾਦ ਦਾ ਕਾਰਨ ਬਣ ਚੁੱਕਿਆ ਹੈ। ਮੱਧ ਵਰਗੀ ਜਾਂ ਕਹਿ ਲਈਏ ਜਨਰਲ ਕੈਟਾਗਰੀ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਉਹਨਾਂ ਨਾਲ ਬੇਇਨਸਾਫੀ ਹੋਈ ਹੈ। 601 ਯੂਨਿਟ ਹੋਣ ਤੇ ਉਹਨਾਂ ਨੂੰ ਜਿਹੜਾ ਉਹ ਪੂਰੇ 601 ਯੂਨਿਟ ਦਾ ਬਿੱਲ ਭਰਨਾ ਪਏਗਾ। ਤੇ ਦੂਜੇ ਪਾਸੇ ਇਸ ਵੇਲੇ ਸਰਕਾਰ ਜਿਹੜੀ ਹੈ ਉਹ ਲੋਕਾਂ ਨੂੰ ਸਫਾਈ ਦੇ ਰਹੀ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਨੇ ਇੱਕ ਤਾਜ਼ਾ ਬਿਆਨ ਜਾਰੀ ਕਰਕੇ ਕਿਹਾ ਕਿ ਐਸਸੀ ਵਰਗ ਨੂੰ ਵੀ ਸਿਰਫ ਜੋ 1 ਕਿਲੋ ਵਾਟ ਤੱਕ ਦੇ ਉਪਭੋਗਤਾ ਨੇ
ਉਹਨਾਂ ਨੂੰ ਹੀ ਰਾਹਤ ਮਿਲੇਗੀ, ਉਹਨਾਂ ਨੂੰ ਹੀ 601 ਯੂਨਿਟ ਬਿਜਲੀ ਸਨ ਤੇ 2 ਮਹੀਨਿਆਂ ਦੀ ਤਾਂ ਸਿਰਫ 1 ਯੂਨਿਟ ਦਾ ਬਿੱਲ ਤਾਰਨਾ ਪਏਗਾ। ਬਾਕੀ ਐਸਸੀ ਵਰਗ ਦੇ ਵੀ ਜੋ ਇਸ ਤੋਂ ਵੱਧ ਲੋੜ ਵਾਲੇ ਉਪਭੋਗਤਾ ਹੋਣਗੇ, 1 ਕਿਲੋਵਾਟ ਤੋਂ ਵੱਧ ਲੋੜ ਵਾਲੇ ਉਪਭੋਗਤਾਵਾਂ ਨੂੰ ਉਸੇ ਤਰ੍ਹਾਂ ਜਿਸ ਤਰ੍ਹਾਂ ਜਨਰਲ ਕੈਟਾਗਰੀ ਦੇ ਉਪਭੋਗਤਾਵਾਂ ਨੂੰ 601 ਯੂਨਿਟ 2 ਮਹੀਨਿਆਂ ਦੇ ਵਿੱਚ ਮੱਚਣ ਤੇ ਪੂਰੇ 601 ਯੂਨਿਟ ਦਾ ਬਿੱਲ ਤਾਰਨਾ ਪਏਗਾ। ਇਸੇ ਤਰ੍ਹਾਂ ਐਸਸੀ ਵਰਗ ਦੇ ਵੀ ਉਹਨਾਂ ਉਪਭੋਗਤਾਵਾਂ ਨੂੰ ਪੂਰਾ ਬਿੱਲ ਤਾਰਨਾ ਪਏਗਾ ਜਿਨ੍ਹਾਂ ਦਾ ਜਿਹੜਾ ਲੋਡ ਹੈ ਉਹ 1 ਕਿਲੋਵਾਟ ਤੋਂ ਜ਼ਿਆਦਾ ਹੈ। ਦੇਖੋ ਜਿਹੜਾ 200-250 ਕਰੋੜ ਦਾ ਮਾਲਕ ਆ ਤੇ ਐਸਸੀ ਆ, ਹੀ ਵਿਲ ਬੀ ਟੈਕਸ ਪੇਅਰ ਆ ਨਾ। ਤੇ ਜਿਹੜਾ ਬੰਦਾ ਟੈਕਸ ਪੇਅਰ ਆ ਉਹਨੂੰ 601 ਬਾਲੂਗਾ ਨਾ ਤੇ ਉਹਨੂੰ 601 ਦਾ ਹੀ ਆਉਣਾ, ਚਾਹੇ ਉਹ ਐਸਸੀ ਵੀ ਕਿਉਂ ਨਹੀਂ। ਇਹ ਸਿਰਫ 1 ਕਿਲੋਵਾਟ ਤੱਕ ਆ। ਜਿਹੜੇ ਐਸਸੀ ਬੀਸੀ ਐਂਡ ਬੀਪੀਐਲ ਨੇ 1 ਕਿਲੋਵਾਟ ਤੱਕ ਨੇ ਉਹਨਾਂ ਦਾ 601 ਆਊਗਾ ਤੇ ਉਹਨਾਂ ਨੂੰ 1 ਯੂਨਿਟ ਦਾ ਹੋਣਾ, ਪੂਰਾ ਬਿੱਲ ਆਏਗਾ, ਬਿਲਕੁਲ ਪੂਰਾ ਆਏਗਾ। ਜਿਹੜੇ ਐਸਸੀ ਬੀਸੀ ਬੀਪੀਐਲ ਫਰੀडम ਫਾਈਟਰਸ ਜਿਹੜੇ ਨਾਨ ਟੈਕਸ ਪੇਅਰ ਨੇ ਜਿਨ੍ਹਾਂ ਦੇ 1 ਕਿਲੋਵਾਟ ਤੱਕ ਦੇ ਕਨੈਕਸ਼ਨ ਨੇ, ਸਿਰਫ 1 ਕਿਲੋਵਾਟ ਤੱਕ ਦੇ, ਜੇ ਕਿਸੇ ਐਸਸੀ ਦਾ 2 ਕਿਲੋਵਾਟ ਦਾ ਕਨੈਕਸ਼ਨ ਹੈ ਨਾ ਤੇ ਉਹਦੇ 610 ਯੂਨਿਟ ਆਉਂਦੇ ਨੇ ਤੇ ਉਹਨੂੰ 610 ਦਾ ਹੀ ਬਿੱਲ ਆਉਣਾ। ਬਿੱਲ ਉਸ ਤਰ੍ਹਾਂ ਮਿਲਦਾ ਹੀ ਨਹੀਂ ਜੀ, ਉਹ ਤੇ ਪਿਛਲੀ ਸਰਕਾਰ ਵੇਲੇ ਵੀ ਐਵੇਂ ਸੀਗਾ। ਠੀਕ ਆ, ਤੇ ਜਿਹੜੇ ਬੰਦੇ ਦਾ ਕਨੈਕਸ਼ਨ ਹੀ 1 ਕਿਲੋਵਾਟ ਦਾ ਹੈ, 1 ਕਿਲੋਵਾਟ ਦਾ ਕਨੈਕਸ਼ਨ ਆ, ਉਹ ਬੰਦਾ 600 ਯੂਨਿਟ ਤੋਂ ਵੱਧ ਕੀ ਬਾਲ ਲੂਗਾ? ਨਾ ਤੇ ਉਹ ਘਰ ਸਬਮਰਸੀਬਲ ਲਾ ਸਕਦਾ, ਨਾ ਉਹ ਏਸੀ ਲਾ ਸਕਦਾ, ਉਹ ਤੇ 600 ਤੱਕ ਹੀ ਆ। ਤੇ ਜੇ ਕੋਈ ਐਸਸੀ ਬੀਸੀ ਉਹਦੇ 2 ਕਿਲੋਵਾਟ ਦੇ ਕਨੈਕਸ਼ਨ ਨੇ, 3 ਦੇ ਨੇ, 4 ਦੇ ਨੇ, ਤੇ ਉਹਦਾ ਬਿੱਲ 600 ਤੋਂ ਵੱਧ ਜਾਂਦਾ ਹੈ ਤੇ ਫਿਰ ਤੇ ਉਹਨੂੰ ਵੀ 600 ਤੋਂ ਵੱਧ ਪੂਰੇ ਹੀ ਬਿੱਲ ਦੇਣਾ ਪਏਗਾ। ਤਾਂ ਆਪਾਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਜਨਰਲ ਕੈਟਾਗਰੀ ਨਾਲ ਕਿਸੇ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਆ? ਕੋਈ ਵੀ ਨਹੀਂ ਆ। ਰਾਦਰ ਪਿਛਲੀਆਂ ਸਰਕਾਰਾਂ ਨੇ ਜਨਰਲ ਕੈਟਾਗਰੀ ਨੂੰ ਕੁਝ ਵੀ ਨਹੀਂ ਦਿੱਤਾ, ਕੁਝ ਵੀ ਨਹੀਂ ਦਿੱਤਾ। ਇਹ ਤਾਂ ਫॉर ਫਸਟ ਟਾਈਮ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਨਰਲ ਕੈਟਾਗਰੀ ਨੂੰ 600 ਯੂਨਿਟ 2 ਮਹੀਨੇ ਦਾ ਫ੍ਰੀ ਦਿੱਤਾ, ਔਰ ਉਹ ਵੀ ਕੋਈ ਉਹਦੇ ਤੇ ਉਹ ਨਹੀਂ ਲਗਾਈ, ਰਿਸਟ੍ਰਿਕਸ਼ਨ ਨਹੀਂ ਆ ਕਿ 1 ਕਿਲੋਵਾਟ ਹੋਵੇ, 2 ਹੋਵੇ, 5 ਹੋਵੇ, 10 ਹੋਵੇ, ਜਿੰਨਾ ਵੀ ਉਹਦਾ ਲਿਮਟ ਜਿਹੜੀ ਆ ਉੱਥੋਂ ਤੱਕ ਰਹਿਣੀ ਚਾਹੀਦੀ ਹੈ। ਸੋ ਬਿਜਲੀ ਮੁਫਤ ਦੀ ਇਸ ਪਹਿਲੀ ਗਰੰਟੀ ਤੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਨਿਸ਼ਾਨੇ ਤੇ ਆ ਗਈ ਹੈ ਤੇ ਇਸ ਸਥਿਤੀ ਦੇ ਨਾਲ ਨਿਪਟਣ ਲਈ ਸਰਕਾਰ ਨੂੰ ਉਚੇਚੇ ਯਤਨ ਕਰਨੇ ਪੈ ਰਹੇ ਨੇ। ਬਾਕਾਇਦਾ ਜਿਹੜਾ ਉਹ ਫੈਸਲੇ ਦੇ ਵਿੱਚ ਕਿਤੇ ਨਾ ਕਿਤੇ ਜਾਂ ਤਾਂ ਤਬਦੀਲੀਆਂ ਜਾਂ ਉਹ ਕਰਨੀਆਂ ਪੈ ਰਹੀਆਂ ਨੇ ਜਾਂ ਉਸ ਦੇ ਉੱਤੇ ਸਫਾਈਆਂ ਦੇਣੀਆਂ ਪੈ ਰਹੀਆਂ ਨੇ, ਜਿਸ ਤਰ੍ਹਾਂ ਤਾਜ਼ਾ ਬਿਆਨ ਜੋ ਇਹ ਬਿਜਲੀ ਮੰਤਰੀ ਦਾ ਆਇਆ। ਤੇ ਇਸ ਤੋਂ ਬਾਅਦ ਅਗਲੀ ਖਬਰ ਦਾ ਰੁਖ ਕਰ ਲੈਂਦੇ ਹਾਂ। ਅਗਲੀ ਖਬਰ ਜਿਹੜੀ ਹੈ ਉਹ ਵੀ ਇੱਕ ਗੰਭੀਰ ਸਮੱਸਿਆ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਵਿੱਚ ਕਿਸਾਨੀ ਅਜੇ ਵੀ ਜਿਹੜੀ ਆਪਣੇ ਸੰਕਟ ਦੇ ਵਿੱਚ ਫਸੀ ਹੋਈ ਹੈ। ਨਵੀਂ ਸਰਕਾਰ ਤੋਂ ਬਾਅਦ ਵੀ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਜਿਹੜਾ ਉਹ ਰੋਕਿਆ ਨਹੀਂ ਰੁਕ ਰਿਹਾ, ਬਲਕਿ ਕਹਿ ਲਈਏ ਕਿ ਹੁਣ ਫਿਰ ਇਹ ਸਿਲਸਿਲਾ ਜਿਹੜਾ ਉਹ ਤੇਜ਼ ਹੋ ਗਿਆ ਇੱਕ ਵਾਰ ਫਿਰ। ਕਾਰਨ ਹੈ ਇਸ ਵਾਰ ਕਿ ਕਣਕ ਦਾ ਜਿਹੜਾ ਝਾੜ ਘੱਟ ਨਿਕਲ ਰਿਹਾ ਹੈ। ਕਣਕ ਦਾ ਝਾੜ ਮਾਲਵਾ ਖਿੱਤੇ ਦੀ ਗੱਲ ਕਰੀਏ ਤਾਂ ਬਠਿੰਡਾ ਤੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਕਣਕ ਦੇ ਝਾੜ ਦੇ ਵਿੱਚ ਜਿਹੜਾ ਉਹ ਬਹੁਤ ਵੱਡੀ ਕਟੌਤੀ ਆਈ ਹੈ। 1 ਏਕੜ ਦੇ ਹਿਸਾਬ ਨਾਲ ਗੱਲ ਕਰੀਏ ਤਾਂ 10 ਤੋਂ 15 ਮਣ ਪ੍ਰਤੀ ਏਕੜ ਜਿਹੜਾ ਝਾੜ ਘੱਟ ਨਿਕਲ ਰਿਹਾ ਹੈ, ਜਿਸ ਨੂੰ ਲੈ ਕੇ ਕਿਸਾਨ ਨਿਰਾਸ਼ਾ ਦੇ ਵਿੱਚ ਨੇ, ਕਿਉਂਕਿ ਬਠਿੰਡਾ ਖੇਤਰ ਦੇ ਕਿਸਾਨ ਪਹਿਲਾਂ ਤੋਂ ਹੀ ਗੁਲਾਬੀ ਸੁੰਡੀ ਦੀ ਮਾਰ ਝੱਲ ਚੁੱਕੇ ਨੇ ਤੇ ਗੁਲਾਬੀ ਸੁੰਡੀ ਦੀ ਮਾਰ ਚੋਂ ਉੱਭਰਨ ਦੀਆਂ ਉਮੀਦਾਂ ਸਨ ਕਿਸਾਨਾਂ ਨੂੰ, ਵੱਡੀਆਂ ਉਮੀਦਾਂ ਸੀ ਕਿ ਜਿਵੇਂ ਕਿਵੇਂ ਜਿਹੜਾ ਉਹ ਕਣਕ ਦਾ ਝਾੜ ਜਿਹੜਾ ਉਹ ਬੰਪਰ ਆਉਣ ਦੀ ਉਮੀਦ ਸੀ ਕਿ ਇਸ ਝਾੜ ਤੋਂ ਬਾਅਦ ਆਪਣੀ ਕਣਕ ਦੀ ਫਸਲ ਤੋਂ ਬਾਅਦ ਉਹ ਕੁਝ ਰਾਹਤ ਮਹਿਸੂਸ ਕਰਨਗੇ, ਪਰ ਹੋਇਆ ਇਸ ਦੇ ਉਲਟ। ਪਹਿਲਾਂ ਜਿਹੜਾ ਉਹ ਸਿਆਸੀ ਵਾਅਦਿਆਂ ਨੇ ਮਾਰਿਆ, ਗੁਲਾਬੀ ਸੁੰਡੀ ਦੀ ਮਾਰ ਨੇ ਉਹਨਾਂ ਨੂੰ ਮਾਰਿਆ ਤੇ ਹੁਣ ਜਦੋਂ ਕੁਝ ਘਾਟੇ ਪੂਰੇ ਹੋਣੇ ਸੀ ਤਾਂ ਉਸ ਵੇਲੇ ਮੌਸਮ ਦੀ ਮਾਰ ਨੇ ਮਾਰ ਦਿੱਤਾ, ਕਿਉਂਕਿ ਇਸ ਵੇਲੇ ਜਿਹੜੀ ਗਰਮੀ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਈ, ਜਿਸ ਦਾ ਅਸਰ ਇਹ ਹੋਇਆ ਕਿ ਕਣਕ ਦਾ ਝਾੜ ਜਿਹੜਾ ਉਹ ਘਟ ਗਿਆ, ਦਾਣਾ ਪਿਛ ਗਿਆ ਤੇ ਇਸ ਦੇ ਨਾਲ ਕਿਸਾਨਾਂ ਦੇ ਉੱਤੇ ਵੱਡੀ ਮਾਰ ਪਈ ਹੈ। ਹਾਲਾਂਕਿ ਸਿਆਸੀ ਪਾਰਟੀਆਂ ਦੇ ਵੱਲੋਂ ਅਕਾਲੀ ਦਲ ਸਮੇਤ ਬਾਕੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਲਗਾਤਾਰ ਪੰਜਾਬ ਸਰਕਾਰ ਤੋਂ ਮੰਗ ਕਰ ਰਹੀਆਂ ਨੇ ਕਿ ਇਹਨਾਂ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਇਹਨਾਂ ਦੀ ਸਹਾਇਤਾ ਕੀਤੀ ਜਾਵੇ, ਇਸ ਸੰਕਟ ਦੇ ਵਿੱਚੋਂ ਇਹਨਾਂ ਨੂੰ ਕੱਢਿਆ ਜਾਵੇ। ਪਰ ਅਜੇ ਤੱਕ ਕਿਸਾਨਾਂ ਨੂੰ ਉਮੀਦ ਜਿਹੜੀ ਹੈ ਉਹ ਠੋਸ ਉਮੀਦ ਵੱਜਦੀ ਤਾਂ ਨਹੀਂ ਦਿਖ ਰਹੀ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਾਫੀ ਵਾਅਦਾ ਖਿਲਾਫੀਆਂ ਕਿਸਾਨਾਂ ਦੇ ਨਾਲ ਹੋਈਆਂ ਨੇ। ਵੱਡੇ ਵੱਡੇ ਬੋਰਡ ਜਿਹੜੇ ਨੇ ਗੁਲਾਬੀ ਸੁੰਡੀ ਦੇ ਮੁਆਵਜ਼ੇ ਦੇ ਲੱਗਦੇ ਰਹੇ ਨੇ, ਪਰ ਕਿਸਾਨਾਂ ਨੂੰ ਉਸ ਦਾ ਪੈਸਾ ਤੱਕ ਨਹੀਂ ਮਿਲਿਆ ਤੇ ਇਸ ਵੇਲੇ ਨਵੇਂ ਵਾਅਦਿਆਂ ਤੇ ਯਕੀਨ ਕਿਵੇਂ ਕਰਨ। ਸੋ ਇਸ ਕਰਕੇ ਕਿਤੇ ਨਾ ਕਿਤੇ ਸਰਕਾਰੀ ਵਾਅਦਾ ਖਿਲਾਫੀ ਦਾ ਇਹ ਇੱਕ ਦੰਸ਼ ਵੀ ਹੈ ਤੇ ਦੂਜੇ ਪਾਸੇ ਗੱਲ ਕਰੀਏ ਕਿ ਮਾਰ ਇੰਨੀ ਵੱਡੀ ਹੈ ਕਿ ਕਿਸਾਨਾਂ ਨੂੰ ਮਾਰ ਚੋਂ ਉੱਭਰਨਾ ਜਿਹੜਾ ਔਖਾ ਮਹਿਸੂਸ ਹੋ ਰਿਹਾ ਹੈ।
ਤਾਂ ਇਸ ਸਾਰੀ ਸਥਿਤੀ ਦੇ ਸਿੱਟੇ ਵਜੋਂ ਕਿਸਾਨਾਂ ਦੇ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਵਧਿਆ ਹੈ। ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਅੱਜ 2 ਕਿਸਾਨ ਖੁਦਕੁਸ਼ੀਆਂ ਦੀ ਖਬਰ ਹੈ। ਦੋਨੋਂ ਖੁਦਕੁਸ਼ੀਆਂ ਦਾ ਕਾਰਨ ਜਿਹੜਾ ਉਹ ਇਹ ਦੱਸਿਆ ਜਾ ਰਿਹਾ ਹੈ ਕਿ ਕਣਕ ਦਾ ਝਾੜ ਘੱਟ ਨਿਕਲਿਆ, ਜਿਸ ਕਰਕੇ ਇੱਕ ਮਾਨਸਿਕ ਤਣਾਅ ਦੇ ਚੱਲਦਿਆਂ ਇਹਨਾਂ ਨੇ ਇਹ ਖਤਰਨਾਕ ਕਦਮ ਉਠਾਇਆ। ਕਰਜ਼ੇ ਦੇ ਬੋਝ ਤੇ ਕਣਕ ਦੇ ਘੱਟ ਝਾੜ ਤੋਂ ਪਰੇਸ਼ਾਨ ਹੋ ਕੇ ਬਠਿੰਡਾ ਦੇ ਇਹਨਾਂ 2 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਸ ਤਰ੍ਹਾਂ ਦੇ ਕਾਰਨ ਜਿਹੜੇ ਉਹ ਦੱਸੇ ਜਾ ਰਹੇ ਨੇ। ਮ੍ਰਿਤਕਾਂ ਦੀ ਪਛਾਣ ਜਿਹੜੀ ਹੈ, ਪਹਿਲੇ ਕਿਸਾਨ ਦੀ ਗੱਲ ਕਰੀਏ ਤਾਂ ਇਹ ਪਿੰਡ ਮਾਈਸਰਖਾਨਾ ਦਾ ਜਸਪਾਲ ਸਿੰਘ ਹੈ। ਦੂਜਾ ਕਿਸਾਨ ਪਿੰਡ ਮਾਨਸਾ ਖੁਰਦ ਦਾ ਗੁਰਦੀਪ ਸਿੰਘ ਹੈ। ਤੇ ਕਿਸਾਨ ਜਸਪਾਲ ਸਿੰਘ ਦੀ ਗੱਲ ਕਰੀਏ ਤਾਂ ਇਸ ਦੇ ਉੱਪਰ 9 ਲੱਖ ਰੁਪਏ ਦਾ ਕਰਜ਼ਾ ਸੀ। ਉਹ ਆਪਣੇ ਪਿੱਛੇ 17 ਸਾਲਾ ਲੜਕੀ ਤੇ 14 ਸਾਲਾਂ ਦਾ ਪੁੱਤਰ ਛੱਡ ਗਿਆ। ਜਸਪਾਲ ਸਿੰਘ ਕਣਕ ਦਾ ਝਾੜ ਘੱਟ ਹੋਣ ਕਾਰਨ ਕਾਫੀ ਪਰੇਸ਼ਾਨ ਸੀ ਤੇ ਇਸੇ ਤੋਂ ਦੁਖੀ ਜਸਪਾਲ ਸਿੰਘ ਨੇ ਬੀਤੀ ਰਾਤ ਬਠਿੰਡਾ ਅੰਬਾਲਾ ਰੇਲਵੇ ਲਾਈਨ ਤੇ ਗੱਡੀ ਹੇਠ ਆ ਕੇ ਆਤਮ ਹੱਤਿਆ ਕਰ ਲਈ ਹੈ। ਇਸੇ ਤਰ੍ਹਾਂ ਦੀ ਦੂਸਰੀ ਮੰਦਭਾਗੀ ਖਬਰ ਬਠਿੰਡਾ ਜ਼ਿਲ੍ਹੇ ਤੋਂ ਪਿੰਡ ਮਾਨਸਾ ਖੁਰਦ ਦੇ ਕਿਸਾਨ ਨਾਲ ਜੁੜੀ ਹੋਈ ਹੈ। ਇਹ ਗੁਰਦੀਪ ਸਿੰਘ, ਜਿਸ ਦੀ ਉਮਰ ਮਹਿਜ਼ 28 ਸਾਲ ਸੀ ਤੇ ਇਸਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਦੇ ਸੰਬੰਧ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਉਸ ਦੇ ਅਨੁਸਾਰ 10 ਸਾਲ ਪਹਿਲਾਂ ਜਸਪਾਲ ਸਿੰਘ ਦੇ ਭਰਾ ਨੇ ਵੀ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਕੀਤੀ ਸੀ। ਇਹਨਾਂ ਦੋਵੇਂ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹਨਾਂ ਪਰਿਵਾਰਾਂ ਦੇ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਤੇ ਸਾਰਾ ਕਰਜ਼ਾ ਮੁਆਫ ਕਰਨ ਦੀ ਮੰਗ ਵੀ ਕੀਤੀ ਹੈ। ਜਿੱਦੇ ਦਾ ਕਣਕ ਦਾ ਝਾੜ ਘੱਟ ਨਿਕਲਦਾ ਹੈ ਉਸ ਦਿਨ ਦੇ ਬਹੁਤ ਸਾਰੇ ਕਿਸਾਨਾਂ ਨੇ ਆਪਦਾ ਇੱਥੋਂ ਜਾਣ ਦਾ ਫੈਸਲਾ ਕਰ ਲਿਆ। ਇਹਦੇ ਚੋਂ ਹੀ ਜਸਪਾਲ ਸਿੰਘ ਨਾਂ ਦਾ ਨੌਜਵਾਨ ਹੈ ਜਿਹੜਾ ਮਾਈਸਰਖਾਨੇ ਪਿੰਡ ਤੋਂ, ਉਹਨੇ ਰਾਤ ਕਣਕ ਦਾ ਝਾੜ ਘੱਟ ਨਿਕਲਣਾ ਕਰਕੇ 10 ਦਿਨ ਹੋ ਗਏ ਪਰੇਸ਼ਾਨ ਰਹਿੰਦੇ ਨੂੰ। ਲਗਾਤਾਰ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਸੀ। ਰਾਤ ਉਹਨੇ ਰੇਲ ਗੱਡੀ ਥੱਲੇ ਆ ਕੇ ਆਪਦੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਤਰ੍ਹਾਂ ਹੀ 10 ਸਾਲ ਉਹਦਾ ਛੋਟਾ ਭਾਈ ਸੀ, ਉਸਨੇ ਵੀ ਇਸ ਤਰ੍ਹਾਂ ਹੀ ਸੁਸਾਈਡ ਕਰੀ। ਮਗਰ ਬਿਰਧ ਮਾਪੇ ਆ ਜਿਹੜੇ ਉਹ ਰਹਿ ਗਏ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ, ਇਹੋ ਜਿਹੇ ਪਰਿਵਾਰਾਂ ਦੀ ਸਰਕਾਰ ਬਾਹ ਫੜੇ, ਕਿਸਾਨਾਂ ਨੂੰ ਇਹ ਰਾਹ ਨਾ ਤੁਰਨਾ ਪਵੇ। ਖੇਤੀ ਪ੍ਰਤੀ ਨੀਤੀ ਹੈ ਜਿਹੜੀ ਉਹ ਸਰਕਾਰ ਕੋਈ ਲੈ ਕੇ ਆਵੇ। ਜੇ ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਹੈ ਉਹਦੀ ਭਰਪਾਈ ਸਰਕਾਰ ਕਰੇ। ਇਹ ਬੇਨਤੀ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਪੰਜਾਬ ਸਰਕਾਰ ਨੂੰ ਕਰਦੇ ਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀ ਪੀੜ ਦੇ ਵਿੱਚ ਲੰਘ ਰਹੇ ਆ ਕਿਸਾਨ। ਲਗਭਗ 9 ਲੱਖ ਦੇ ਕਰੀਬ ਕਰਜ਼ਾ ਸੀ ਕਿਸਾਨ ਦਾ, ਭਰਨ ਤੋਂ ਅਸਮਰਥ ਸੀ। ਇਹਦਾ ਕਾਰਨ ਕਰਕੇ ਆਹ ਕਦਮ ਹੈ ਜਿਹੜਾ ਬਹੁਤ ਭਿਆਨਕ ਕਦਮ ਹੈ ਉਹ ਚੱਕਿਆ ਨੇ। ਆਪਦੇ ਪਰਿਵਾਰ ਨੂੰ ਵੀ ਛੱਡ ਗਿਆ ਤੇ ਆਪ ਵੀ ਚਲਿਆ ਗਿਆ। ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਗੱਲ ਕਰਦੇ ਹਾਂ ਚਿੱਟੇ ਦੀ। ਚਿੱਟੇ ਦਾ ਨਸ਼ਾ ਲਗਾਤਾਰ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਉਹ ਖਾਂਦਾ ਜਾ ਰਿਹਾ ਹੈ। ਪੰਜਾਬ ਦੇ ਨੌਜਵਾਨ ਲਗਾਤਾਰ ਆਪਣੀਆਂ ਜਾਨਾਂ ਗਵਾ ਰਹੇ ਨੇ ਇਸ ਚਿੱਟੇ ਦੀ ਦਲਦਲ ਦੇ ਵਿੱਚ ਧਸ ਕੇ। ਹੁਣ ਸਥਿਤੀ ਇਹ ਹੈ ਕਿ ਲੜਕੀਆਂ ਵੀ ਇਸ ਦਲਦਲ ਦੇ ਵਿੱਚ ਬੁਰੀ ਤਰ੍ਹਾਂ ਧਸਣ ਲੱਗੀਆਂ ਨੇ। ਬਠਿੰਡਾ ਦਾ ਮਾਮਲਾ ਹੈ ਜਿੱਥੇ ਇੱਕ ਲੜਕੀ ਨੂੰ ਚਿੱਟੇ ਸਮੇਤ ਕਾਬੂ ਕਰਨ ਦਾ ਜਿਹੜਾ ਉਹ ਦਾਅਵਾ ਕੀਤਾ ਗਿਆ ਹੈ ਇੱਥੋਂ ਦੇ ਲੋਕਾਂ ਦੇ ਵੱਲੋਂ। ਬਾਬਾ ਦੀਪ ਸਿੰਘ ਨਗਰ ਦੀ ਇਹ ਘਟਨਾ ਹੈ ਜਿੱਥੇ ਦੱਸਿਆ ਜਾ ਰਿਹਾ ਇਹਨਾਂ ਲੋਕਾਂ ਦੇ ਵੱਲੋਂ ਕਿ ਇਹ ਲੜਕੀ ਜਿਹੜੀ ਹੈ ਇੱਕ ਸਕੂਟਰੀ ਸਵਾਰ ਲੜਕੇ ਤੋਂ ਚਿੱਟੇ ਦਾ ਨਸ਼ਾ ਲੈ ਕੇ ਜਾਣ ਲੱਗੀ ਤਾਂ ਇਹਨਾਂ ਨੇ ਉਸ ਨੂੰ ਜਿਹੜਾ ਉਹ ਰੋਕ ਕੇ ਜਦੋਂ ਇਸ ਤੋਂ ਪੁੱਛਿਆ ਗਿਆ, ਇਸ ਦੇ ਕੋਲੋਂ ਜਿਹੜਾ ਉਹ ਚਿੱਟਾ ਜਿਹੜਾ ਉਹ ਬਰਾਮਦ ਹੋਇਆ ਹੈ। ਬਾਅਦ ਦੇ ਵਿੱਚ ਪੁਲਿਸ ਨੂੰ ਬੁਲਾ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਇਸ ਨੂੰ ਕੀਤਾ ਗਿਆ। ਵਿਖਾਉਂਦੇ ਹਾਂ ਕੀ ਹੈ ਪੂਰਾ ਮਾਮਲਾ। ਇਹ ਜਿਹੜਾ ਨਸ਼ੇ ਦਾ ਮੁੱਦਾ ਹੈ ਇਹ ਆਪਾਂ ਸਾਰੇ ਜਾਣਦੇ ਹਾਂ ਵੀ ਇੱਕ ਬਹੁਤ ਗੰਭੀਰ ਮੁੱਦਾ ਬਣ ਚੁੱਕਿਆ ਹੈ। ਸਾਡੇ ਮਹੱਲੇ ਦੀਆਂ ਅਗਰ ਤੁਸੀਂ ਟੋਟਲ ਡੈਥ ਕੇਸ ਦੀ ਗੱਲ ਕਰੋਗੇ ਤਾਂ ਨੌਜਵਾਨ ਮੁੰਡੇ ਮੇਰੇ ਖਿਆਲ 'ਚ ਇੱਥੇ ਸਾਡੇ 100 ਦੇ ਆਸ-ਪਾਸ ਡੈਥ ਕੇਸ ਹੋ ਚੁੱਕੇ ਹੈ। ਬਹੁਤ ਦੁਖੀ ਹੈ। ਇੱਥੇ ਇੱਕ ਘਰ ਦੇ ਵਿੱਚ 2-2 ਇੱਕ ਮੁੰਡਾ, ਬਹੁਤ ਮੈਂ ਗਿਣਤੀ ਨਹੀਂ ਕਰਾ ਸਕਦਾ ਵੀ ਇੰਨੇ ਡੈਥ ਕੇਸ ਹੋਇਆ ਹੈ। ਔਰ ਲਗਾਤਾਰ ਡੇਲੀ ਉੱਥੇ ਵੀ ਅਸੀਂ ਰੋਜ਼ ਦੇਖਦੇ ਹਾਂ ਗਲੀ ਦੇ ਮੋੜ ਤੇ ਵੀ ਵੇਚਦਾ ਹੈ। ਅਸੀਂ ਇਹਦੇ ਬਾਰੇ ਮਤਲਬ MLA ਸਾਹਿਬ ਨਾਲ ਵੀ ਗੱਲ ਕੀਤੀ ਸੀ, ਗਿੱਲ ਸਾਹਿਬ ਨਾਲ ਵੀ ਸਾਹਿਬ ਇਹ ਤੇ ਉਹ ਕਹਿੰਦੇ ਵੀ ਬਹੁਤ ਜਲਦੀ ਇਹ ਤੇ ਐਕਸ਼ਨ ਹੋਣ ਵਾਲਾ ਹੈ ਤੇ ਅਸੀਂ ਉੱਪਰ ਤੱਕ ਸਾਰਿਆਂ ਨੂੰ ਆਰਡਰ ਦੇਤੇ ਆ ਮੁਲਾਜ਼ਮਾਂ ਨੂੰ। ਤਾਂ ਬਾਈ ਜੀ ਜੇ ਆਪਾਂ ਇਹਨਾਂ ਨੂੰ ਨਾ ਰੋਕਿਆ ਗਿਆ, ਅੱਜ ਇਹ ਕੁੜੀ ਪਹਿਲਾਂ 2-3 ਦਿਨ ਪਹਿਲਾਂ ਵੀ ਲਗਾਤਾਰ ਇਹਦੇ ਇੱਥੇ ਹੀ ਘੁੰਮਦੀ ਹੈ। ਅੱਜ ਵੀ ਇਹ ਜਦੋਂ ਕੁੜੀ ਆਈ ਤਾਂ ਇਹਨੂੰ ਇਹ ਮੁੰਡਾ ਚਿੱਟਾ ਦੇਣ ਆਇਆ। ਮੌਕੇ ਤੇ ਸਾਡੇ ਜਿਹੜੇ ਕਲੱਬ ਦੇ ਮੈਂਬਰ ਆ ਉਹਨਾਂ ਨੇ ਮੌਕੇ ਤੇ ਫੜਿਆ, ਪੁਲਿਸ ਬੁਲਾਈ ਹੈ, ਪੁਲਿਸ ਨੇ ਵੀ ਚਿੱਟਾ ਬਰਾਮਦ ਕੀਤਾ ਹੈ। ਤਾਂ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸਾਡੇ ਲੜਕੀ ਕਈ ਦਿਨਾਂ ਤੋਂ ਸਾਡੇ ਮਹੱਲੇ 'ਚ ਨਾ ਖਾਸ ਤੌਰ ਚਿੱਟਾ ਬਹੁਤ ਜ਼ਿਆਦਾ ਵਿਕ ਰਿਹਾ ਹੈ ਤੇ ਅਸੀਂ ਕਲੱਬ ਵੱਲੋਂ ਕਈ ਦਿਨਾਂ ਦੇ ਇਸ ਚੀਜ਼ ਤੇ ਨਿਗਾਹ ਰੱਖ ਰਹੇ ਸੀ। ਇਹ ਲੜਕੀ ਘੱਟੋ ਘੱਟ ਪੌਣੇ ਘੰਟੇ ਤੋਂ ਗਲੀਆਂ 'ਚ ਗੇੜੇ ਖਾ ਰਹੀ ਸੀ ਤੇ ਸਾਡੀ ਨਿਗਾਹ 'ਚ ਸੀ ਵੀ ਇਹ ਕੀ ਕਰਨਾ ਇਹ ਦੇਖੀਏ। ਜਦੋਂ ਇਹਨੇ ਮੌਕੇ ਤੇ ਆ ਕੇ ਵੀ ਮੁੰਡੇ ਨੂੰ ਫੋਨ ਕੀਤਾ, ਉਹ ਚਿੱਟਾ ਦੇਣ ਆਇਆ ਸੀ, ਇਹਨੂੰ ਮੌਕੇ ਤੇ ਫੜ ਲਿਆ। ਚਿੱਟਾ ਬਰਾਮਦ ਹੋਇਆ, ਦੋਨਾਂ ਜਣਿਆਂ ਨੂੰ ਫੜਿਆ। ਇੱਕ ਸਕੂਟਰੀ ਸੀ, ਇੱਕ ਨਾਲ ਬੁਲਟ ਤੇ ਸੀਗਾ, ਕੁੜੀ ਸਕੂਟਰੀ ਤੇ ਸੀ। ਪਹਿਲਾਂ ਬਹੁਤ ਵਾਰੀ ਕਿਤੇ ਸਾਨੂੰ 2 ਸਾਲ ਹੋ ਗਏ ਇਸ ਤਰ੍ਹਾਂ ਝੂਝਦਿਆਂ ਨੂੰ। ਇੱਕ ਵਾਰੀ ਮਾਹੌਲ ਠੀਕ ਹੋ ਗਿਆ ਸੀ,
ਪਰ ਮਾਹੌਲ ਫੇਰ ਦੁਬਾਰਾ ਖਰਾਬ ਹੋ ਗਿਆ। ਹੁਣ ਤਾਂ ਗਲੀ ਗਲੀ ਚਿੱਟਾ ਵਿਕੀ ਜਾਂਦਾ ਜੀ। ਇੱਕ ਇਨਫੋਰਮੇਸ਼ਨ ਮਿਲੀ ਸੀ ਕੋਈ ਵੀ ਲੇਡੀਜ਼ ਹੈ ਕੋਈ ਚਿੱਟਾ ਵਗੈਰਾ ਖਰੀਦ ਕਰ ਰਹੀ ਸੀ ਤੇ ਉਹ ਆਪਾਂ ਕਿਤੇ ਮੌਕੇ ਤੇ ਫੜੀ ਹੈਗੀ ਤਾਂ ਮੌਕੇ ਤੇ ਆਏ ਹੈਗੇ ਆ। ਇੱਕ ਵਾਰੀ ਜਾਂਚ ਕਰ ਰਹੇ ਆ ਫਿਰ ਬਰਾਮਦ ਵੀ ਹੋਇਆ ਚਿੱਟੇ ਦਾ ਕੋਲ। ਹਾਂ ਇੰਚਾਰਜ ਸਾਹਿਬ ਆ ਰਹੇ ਹੈਗੇ, ਬਾਕੀ ਐਨਜੀਓ ਬੁਲਾਇਆ ਹੋਇਆਗਾ ਲੇਡੀ ਐਨਜੀਓ, ਉਹ ਆ ਕੇ ਤਲਾਸ਼ੀ ਵਗੈਰਾ ਕਰਨਗੇ ਫਿਰ ਉਸ ਤੋਂ ਬਾਅਦ ਹੀ ਪਤਾ ਲੱਗੂ ਵੀ ਕੀ ਬਰਾਮਦ ਹੋਇਆ ਕੀ ਨਹੀਂ ਹੋਇਆ। ਨਹੀਂ ਮੈਨੂੰ ਕੁਝ ਨਹੀਂ ਮਿਲਿਆ ਅਜੇ ਤੱਕ। ਹਾਂਜੀ ਕਿਉਂਕਿ ਮੈਂ ਇਹਦੀ ਤਲਾਸ਼ੀ ਨਹੀਂ ਕਰ ਸਕਦਾ, ਨਾਲੇ ਲੇਡੀਜ਼ ਹੈ ਨਾਲੇ ਐਨਡੀ 'ਚ ਜਿਹੜੀ ਹੈਗੀ ਰੈਗੂਲਰ ਇਹ ਆਪਣੇ ਐਨਜੀਓ ਵਗੈਰਾ ਆਊਗੀ ਲੇਡੀਜ਼, ਉਸ ਤੋਂ ਬਾਅਦ ਉਹ ਤਲਾਸ਼ੀ ਵਗੈਰਾ ਕਰਨਗੇ ਇਹਨਾਂ ਦੀ, ਜੋ ਕੁਝ ਮਿਲੇਗਾ ਉਹਦੇ ਅਕੋਰਡਿੰਗ ਕਾਰਵਾਈ ਕਰ ਦਾਂਗੇ ਆਪਾਂ। ਸੋ ਨਵੀਂ ਸਰਕਾਰ ਨੇ ਵੀ ਕਾਫੀ ਵੱਡੇ ਵਾਅਦੇ ਕੀਤੇ, ਕਾਫੀ ਵੱਡੇ ਦਾਅਵੇ ਕੀਤੇ ਤੇ ਸਰਕਾਰ ਬਣਨ ਤੋਂ ਬਾਅਦ ਜਿਹੜੀਆਂ ਐਸਆਈਟੀ ਬਣਾਈਆਂ ਗਈਆਂ, ਪੁਲਿਸ ਅਧਿਕਾਰੀਆਂ ਨੂੰ ਬਾਕਾਇਦਾ ਜਿਹੜੀਆਂ ਨੇ ਚੇਤਾਵਨੀਆਂ ਦਿੱਤੀਆਂ ਗਈਆਂ। ਇੱਥੋਂ ਤੱਕ ਪਿਛਲੀ ਸਰਕਾਰ ਵਾਂਗ ਕਿਹਾ ਗਿਆ ਕਿ ਜਿਸ ਜਿਹੜਾ ਅਧਿਕਾਰੀ ਦੇ ਇਲਾਕੇ ਦੇ ਵਿੱਚ ਚਿੱਟੇ ਦੇ ਕੇਸ ਪਾਏ ਗਏ, ਇਸ ਤਰ੍ਹਾਂ ਕੁਝ ਸਾਹਮਣੇ ਆਇਆ ਤਾਂ ਉਸ ਦੇ ਉੱਤੇ ਕਾਰਵਾਈ ਹੋਏਗੀ, ਪਰ ਕਾਰਵਾਈ ਚਿੱਟੇ ਦੇ ਤਸਕਰਾਂ ਦੇ ਉੱਤੇ ਅਜੇ ਤੱਕ ਨਹੀਂ ਹੋਈ। ਸਰਕਾਰ ਬਣਿਆ ਵੀ ਸਮਾਂ ਬੀਤਦਾ ਜਾ ਰਿਹਾ ਹੈ, ਪਰ ਅਜੇ ਤੱਕ ਜਿਹੜੀ ਹੈ ਉਹ ਲੋਕਾਂ ਨੂੰ ਕਿਧਰੇ ਵੀ ਚਿੱਟੇ ਦੇ ਖਿਲਾਫ ਠੋਸ ਕਾਰਵਾਈ ਹੁੰਦੀ ਨਹੀਂ ਦਿਖੀ, ਜੋ ਅਤੀ ਜ਼ਰੂਰੀ ਹੈ। ਸੂਬੇ ਦੇ ਲੋਕਾਂ ਦੀ ਵੱਡੀ ਮੰਗ ਵੀ ਹੈ ਕਿ ਸਭ ਤੋਂ ਪਹਿਲਾਂ ਸੂਬੇ ਦੀ ਨੌਜਵਾਨੀ ਨੂੰ ਨਸ਼ੇ ਤੋਂ ਬਚਾਇਆ ਜਾਵੇ ਤੇ ਵੇਖਣਾ ਹੋਏਗਾ ਕਿ ਸਰਕਾਰ ਕਦੋਂ ਤੱਕ ਜਗਦੀ ਹੈ। ਅਗਲੀ ਖਬਰ ਦਾ ਰੁਖ ਕਰ ਲੈਂਦੇ ਹਾਂ। ਅਗਲੀ ਖਬਰ ਜਿਹੜੀ ਹੈ ਸਿਆਸੀ ਖਬਰਾਂ ਦੀ ਸ਼ੁਰੂਆਤ ਕਰਨ ਵਾਲੀ ਹੈ। SYL ਮੁੱਦੇ ਦੇ ਉੱਤੇ ਇੱਕ ਰਾਜ ਸਭਾ ਮੈਂਬਰ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਹਰਿਆਣਾ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ। ਇੱਥੋਂ ਤੱਕ ਕਿਹਾ ਹੈ ਕਿ ਜਲਦੀ ਹੀ ਜਿਵੇਂ ਹੀ ਉਹਨਾਂ ਦੀ ਸਰਕਾਰ ਹਰਿਆਣਾ ਦੇ ਵਿੱਚ ਬਣੇਗੀ ਤਾਂ ਹਰਿਆਣਾ ਨੂੰ SYL ਦਾ ਪਾਣੀ ਮਿਲੇਗਾ ਤੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨਿਸ਼ਾਨੇ ਤੇ ਹੈ। ਪੰਜਾਬ ਦੇ ਵਿੱਚ ਪੰਜਾਬ ਦੀਆਂ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਹੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਕਿ ਪੰਜਾਬ ਦਾ ਪਾਣੀ ਦੇਣ ਦੀ ਗੱਲ ਦੇ ਉੱਤੇ ਕੋਈ ਬਿਆਨ ਜਿਹੜਾ ਹੈ ਉਹ ਪੰਜਾਬ ਦੇ ਆਗੂਆਂ ਦਾ ਨਹੀਂ ਆ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਪਾਰਟੀ ਦੇ ਆਗੂਆਂ ਤੋਂ ਜਵਾਬ ਮੰਗਿਆ ਜਾ ਰਿਹਾ ਹੈ ਕਿ ਇਸ ਰਾਜ ਸਭਾ ਮੈਂਬਰ ਦੇ ਬਿਆਨ ਦੇ ਪਿੱਛੇ ਕਿਹੜੀ ਸਿਆਸਤ ਕੰਮ ਕਰ ਰਹੀ ਹੈ, ਕਿਉਂ ਪੰਜਾਬ ਦੇ ਪਾਣੀ ਨੂੰ ਦਾਅ ਤੇ ਲਗਾਇਆ ਜਾ ਰਿਹਾ ਹੈ। ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸਾਧ ਦੇ ਜਿਹੜੇ ਬਾਕੀ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਚਿਹਰਾ ਜਿਹੜਾ ਉਹ ਨੰਗਾ ਹੁੰਦਾ ਜਾ ਰਿਹਾ ਹੈ। ਦੱਸ ਦਈਏ ਕਿ ਸੁਸ਼ੀਲ ਗੁਪਤਾ ਨਾਮ ਦੇ ਰਾਜ ਸਭਾ ਮੈਂਬਰ ਨੇ ਬਾਕਾਇਦਾ ਇੱਕ ਬਿਆਨ ਦਿੱਤਾ ਸੀ, ਹਰਿਆਣਾ ਨੂੰ SYL ਨਹਿਰ ਕਢਵਾ ਕੇ ਉਸ ਨੂੰ ਪੰਜਾਬ ਦੇ ਪਾਣੀ 'ਚੋਂ ਪਾਣੀ ਦੇਣ ਦੀ ਗੱਲ ਕਹੀ ਸੀ ਤੇ ਇਸ ਦੇ ਵਿਰੋਧ ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਪੰਜਾਬ ਦੀਆਂ ਆਈਆਂ ਨੇ। ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਬਿਲਕੁਲ ਸਾਫ਼ ਕਿਹਾ ਹੈ ਕਿ ਕਿਸੇ ਵੀ ਕੀਮਤ ਤੇ SYL ਜਿਹੜੀ ਹੈ ਉਹ ਨਹੀਂ ਕੱਢਣ ਦਿੱਤੀ ਜਾਏਗੀ। ਤੇ ਹੁਣ ਕਾਂਗਰਸ ਦੀ ਕਲਾ ਦੀ ਗੱਲ ਕਰ ਲੈਂਦੇ ਹਾਂ। ਕਾਂਗਰਸ ਦੀ ਅੰਦਰਲੀ ਕਲਾ ਜਿਹੜੀ ਹੈ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਸਰਕਾਰ ਵੀ ਹੱਥੋਂ ਗਵਾ ਲਈ ਹੈ। ਇਸ ਦੇ ਆਗੂਆਂ ਨੇ ਆਪਸੀ ਕਾਟੋ ਕਲੇਸ਼ ਦੇ ਵਿੱਚ, ਪਰ ਇਹ ਕਾਟੋ ਕਲੇਸ਼ ਅਜੇ ਵੀ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਨਵੇਂ ਪ੍ਰਧਾਨ ਨੂੰ ਚੁਣੌਤੀਆਂ ਨੇ। ਬੀਤੇ ਦਿਨੀ ਨਵਜੋਤ ਸਿੱਧੂ ਜਿਹੜੇ ਨੇ ਉਹ ਹਾਲਾਂਕਿ ਹੁਣ ਕਿਸੇ ਪਾਸੇ ਸਿਆਸੀ ਤੌਰ ਤੇ ਅਹੁਦੇ ਦੇ ਤੇ ਨਹੀਂ ਹੈ, ਪਰ ਉਹ ਆਪਣੀ ਸਾਫਬੰਦੀ ਦੇ ਵਿੱਚ ਲੱਗੇ ਹੋਏ ਨੇ। ਬੀਤੇ ਕੱਲ ਬਠਿੰਡਾ ਦੇ ਵਿੱਚ ਆਏ। ਬਠਿੰਡਾ ਦੇ ਵਿੱਚ ਹਾਲਾਂਕਿ ਬਠਿੰਡਾ ਸ਼ਹਿਰ ਦੇ ਜਿਹੜੇ ਉਹ ਕਾਂਗਰਸੀ ਆਗੂ ਸੀ ਉਹ ਨਦਾਰਦ ਰਹੇ ਉਹਨਾਂ ਦੀ ਮੀਟਿੰਗ ਦੇ ਵਿੱਚੋਂ, ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚੋਂ, ਤੇ ਇਸ ਦੇ ਸੰਬੰਧ ਵਿੱਚ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਉਹ ਟਾਲਦੇ ਨਜ਼ਰ ਆਏ, ਪਰ ਇੱਕ ਸਾਫਬੰਦੀ ਉਹਨਾਂ ਨੇ ਕਰਨੀ ਸ਼ੁਰੂ ਕੀਤੀ ਹੋਈ ਹੈ। ਤੇ ਇਸ ਦੇ ਸੰਬੰਧ ਦੇ ਵਿੱਚ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ, ਜੋ ਕਿਸੇ ਵੇਲੇ ਜਦੋਂ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਸੀ ਉਸ ਵੇਲੇ ਉਹਨਾਂ ਦੇ ਕਰੀਬੀ ਜਿਹੜੇ ਸੀ ਉਹ ਮੰਨੇ ਜਾਂਦੇ ਸੀ, ਪਰ ਇਸ ਵੇਲੇ ਉਹ ਉਲਟਾ ਸਿੱਧੂ ਦੇ ਉੱਪਰ ਤੰਜ ਕੱਸਦੇ ਨਜ਼ਰ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਆਪਣੇ ਗੁੱਟ ਨੂੰ ਮਜ਼ਬੂਤ ਕਰਨਾ ਵੀ ਇੱਕ ਅਨੁਸ਼ਾਸਨਹੀਨਤਾ ਹੈ ਪਾਰਟੀ ਦੇ ਵਿੱਚ। ਸੋ ਸਿੱਧੂ ਨੂੰ ਇੱਕ ਤਰ੍ਹਾਂ ਨਾਲ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ ਤੇ ਵੇਖਣਾ ਹੋਏਗਾ ਕਿ ਅਗਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ। ਉਧਰ ਹਾਈ ਕਮਾਂਡ ਦੇ ਨੋਟਿਸ ਦਾ ਜਵਾਬ ਨਾ ਦੇਣ ਤੇ ਸੁਨੀਲ ਜਾਖੜ ਜੋ ਪਾਰਟੀ ਦੇ ਦਿੱਗਜ ਆਗੂ ਨੇ ਉਹਨਾਂ ਤੇ ਵੀ ਵੱਡੀ ਕਾਰਵਾਈ ਦੀਆਂ ਅਟਕਲਬਾਜ਼ੀਆਂ ਜਿਹੜੀਆਂ ਨੇ ਉਹ ਸੁਣਨ ਨੂੰ ਮਿਲ ਰਹੀਆਂ ਨੇ। ਵੇਖਣਾ ਹੋਏਗਾ ਕਿ ਕਾਂਗਰਸ ਦੀ ਇਸ ਅੰਤਰ ਕਲਾ ਦਾ ਕੀ ਬਣਦਾ ਹੈ, ਅਗਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਰੁਖ ਲੈਂਦੀ ਹੈ। ਤੇ ਇਧਰ ਸ਼੍ਰੋਮਣੀ ਅਕਾਲੀ ਦਲ ਨੇ ਜੇਲ੍ਹਾਂ ਵਿੱਚ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੁਹਿੰਮ ਤੇਜ਼ ਕੀਤੀ ਹੋਈ ਹੈ। ਸੂਬੇ ਦੇ ਵਿੱਚ ਥਾਂ-ਥਾਂ ਜਿਹੜਾ ਮੀਟਿੰਗਾਂ ਕਰਕੇ ਲਾਮਬੰਦ ਕੀਤਾ ਜਾ ਰਿਹਾ ਹੈ ਤੇ ਪ੍ਰੈਸ ਕਾਨਫਰੰਸ ਕਰਕੇ ਵੀ ਆਪਣੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਵਾਰ-ਵਾਰ ਮੰਗ ਉਠਾ ਰਹੇ ਨੇ ਕਿ ਇਹ ਮੌਕਾ ਹੈ ਕਿ
ਭਾਈ ਰਾਜੋਆਣਾ ਸਮੇਤ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸਮੇਤ ਜਿਹੜੇ ਵੱਡੇ ਆਗੂ ਨੇ, ਜੋ ਬੰਦੀ ਸਿੰਘ ਨੇ, ਜੋ ਆਪਣੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਪੂਰੀਆਂ ਕਰ ਚੁੱਕੇ ਨੇ, ਇਸ ਦੇ ਬਾਵਜੂਦ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ, ਉਹਨਾਂ ਨੂੰ ਜਿਹੜੀ ਹੈ ਉਹ ਰਿਹਾਈ ਜਿਹੜੀ ਉਹਨਾਂ ਦੀ ਕੀਤੀ ਜਾਵੇ। ਕੇਂਦਰ ਸਰਕਾਰ ਤੋਂ ਵਾਰ-ਵਾਰ ਮੰਗ ਕਰ ਰਹੇ ਨੇ ਤੇ ਨਾਲ ਹੀ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਵੀ ਇਹ ਮੰਗ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੋਂ MLA ਚੁਣੇ ਜਾਣ ਤੋਂ ਪਹਿਲਾਂ ਸੰਗਰੂਰ ਲੋਕ ਸਭਾ ਹਲਕੇ ਤੋਂ MP ਸਨ ਤੇ ਇਹ ਸਭ ਨੂੰ ਪਤਾ ਹੈ, ਪਰ ਉਹਨਾਂ ਨੇ ਇੱਥੋਂ ਅਸਤੀਫਾ ਦਿੱਤਾ ਜਦੋਂ ਉਹ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਤੇ ਹੁਣ ਲੋਕ ਸਭਾ ਸੀਟ ਸੰਗਰੂਰ ਜਿਹੜੀ ਹੈ ਉਹ ਖਾਲੀ ਹੋ ਚੁੱਕੀ ਹੈ। ਜਿਵੇਂ ਹੀ ਦੇਸ਼ ਦੇ ਵਿੱਚ ਕਿਧਰੇ ਵੀ ਕੋਈ ਚੋਣ ਹੋਏਗੀ ਤਾਂ ਉਸ ਦੇ ਨਾਲ ਜ਼ਾਹਿਰ ਹੈ ਕਿ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵੀ ਹੋਏਗੀ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕਸੇ ਹੁਣੀ ਤੋਂ ਸ਼ੁਰੂ ਕਰ ਦਿੱਤੇ ਨੇ। ਭਾਜਪਾ ਦੀ ਤਰਫੋਂ ਖਬਰ ਆਈ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਜਿਹੜਾ ਇੰਚਾਰਜ ਲਗਾਇਆ ਗਿਆ ਸੰਗਰੂਰ ਦੀ ਜ਼ਿਮਨੀ ਚੋਣ ਦਾ। ਦੱਸ ਦਈਏ ਕਿ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ਦਾ ਇੰਚਾਰਜ ਲਗਾਇਆ ਤੇ ਉਹਨਾਂ ਦੇ ਨਾਲ ਹੀ ਅਨਿਲ ਸਰੀਨ ਜੋ ਸੂਬਾਈ ਮੁੱਖ ਬੁਲਾਰੇ ਨੇ ਪੰਜਾਬ ਦੇ ਤੇ SR ਲੱਧੜ ਨੂੰ ਕੋ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸੰਬੰਧੀ ਰਾਣਾ ਸੋਢੀ ਨੇ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਜੋ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਹ ਤਨਦੇਹੀ ਦੇ ਨਾਲ ਨਿਭਾਉਣਗੇ। ਤੇ ਤੁਹਾਡੀ ਜੇਬ ਨਾਲ ਜੁੜੀ ਖਬਰ ਦਾ ਰੁਖ ਕਰ ਲੈਂਦੇ ਆ। ਨਿੰਬੂ ਇਨੀ ਦਿਨੀ ਤੁਹਾਡੇ ਨਾਲ ਨਾਰਾਜ਼ ਹੈ, ਜਨਤਾ ਨਾਲ ਨਾਰਾਜ਼ ਹੈ। ਨਿੰਬੂ ਹੁਣ ਸਿਰਫ ਗਰੀਬ ਦੀ ਜੇਬ ਤੋਂ ਹੀ ਦੂਰ ਨਹੀਂ ਹੋਇਆ ਬਲਕਿ ਮੱਧਮ ਵਰਗ ਦੇ ਲੋਕਾਂ ਦੀ ਪਹੁੰਚ ਤੋਂ ਵੀ ਦੂਰ ਹੋ ਗਿਆ, ਕਿਉਂਕਿ ਨਿੰਬੂ ਦਾ ਇਸ ਵੇਲੇ ਜੋ ਰੇਟ ਚੱਲ ਰਿਹਾ ਹੈ 300 ਤੋਂ 400 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ। ਸੋ ਨਿੰਬੂ ਨੇ ਗਰਮੀ ਦੇ ਵਿੱਚ ਲੋਕਾਂ ਦਾ ਸਾਥ ਛੱਡਿਆ ਹੈ। ਆਮ ਆਦਮੀ ਲਈ ਹੁਣ ਨਿੰਬੂ ਖਰੀਦਣਾ ਉਹ ਇੱਕ ਮੁਸ਼ਕਲ ਕੰਮ ਹੋ ਗਿਆ ਹੈ। ਹਾਲਾਂਕਿ ਗਰਮੀ ਤੋਂ ਰਾਹਤ ਪਾਉਣ ਲਈ ਨਿੰਬੂ ਪਾਣੀ ਨੂੰ ਸਭ ਤੋਂ ਵਧੀਆ ਪੇਯਜਲ ਮੰਨਿਆ ਜਾਂਦਾ ਹੈ, ਪਰ ਇਸ ਵੇਲੇ ਨਿੰਬੂ ਪਾਣੀ ਹੀ ਸਭ ਤੋਂ ਮਹਿੰਗਾ ਹੋ ਚੁੱਕਿਆ ਹੈ। ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਇਸ ਵੇਲੇ ਨਿੰਬੂ ਦਾ ਰੇਟ ਜਿਹੜਾ ਉਹ ਪ੍ਰਤੀ ਕਿਲੋ 300 ਰੁਪਏ ਦੇ ਆਸ-ਪਾਸ ਚੱਲ ਰਿਹਾ ਹੈ। ਫਰਕ ਤੇ ਬਹੁਤ ਪੈ ਗਿਆ ਜੀ। ਇਹ ਜੀ 70 ਰੁਪਏ ਪਾਈਆ ਨਿੰਬੂ ਲਿੱਤੇ ਜੀ ਇਹਨਾਂ ਤੋਂ ਤੇ ਇਹਨਾਂ ਨੂੰ ਪੁੱਛਿਆ ਨੇ ਮਹਿੰਗੇ ਕਿਉਂ ਹੈਗੇ ਆ। ਇਹ ਕਹਿੰਦੇ ਜੀ ਮਹਾਰਾਸ਼ਟਰ ਦਾ ਨਿੰਬੂ ਹੈਗਾ, ਸਾਨੂੰ ਪਹਿਲਾਂ ਡੀਜ਼ਲ ਵਧਿਆ ਜੀ। ਕਹਿੰਦਾ ਡੀਜ਼ਲ ਵਧਣ ਨਾਲ ਕਿਰਾਇਆ ਵਧਣ ਨਾਲ ਨਿੰਬੂ ਵਧਿਆ ਹੈਗਾ, ਨਾਲੇ ਕਹਿੰਦੇ ਫਸਲ ਘੱਟ ਹੈਗੀ ਹੈ। ਤੇ ਹੁਣ ਕਿੱਥੇ ਲਿਫਾਫਾ ਭਰ ਕੇ ਲੈ ਜਾਂਦੇ ਸੀਗੇ 70 ਰੁਪਏ 'ਚ, 8-9 ਨਿੰਬੂ ਚੜਿਆ ਜੀ 70 ਰੁਪਏ ਦੇ। ਕੀ ਹੁਣ ਅੱਗੇ ਗਰਮੀ 'ਚ ਹੁੰਦਾ ਜੀ ਰੋਜ਼ ਸ਼ਿਕੰਜੀ ਪੀ ਲੈਂਦੇ ਸੀਗੇ, ਹੁਣ 4 ਦਿਨ ਛੱਡ ਕੇ ਸ਼ਿਕੰਜੀ ਪੀਣੀ ਪਊਗੀ। ਇਹੀ ਹਾਲ ਰਿਹਾ ਤੇ ਸਰਕਾਰਾਂ ਕੁਝ ਕਰਦੀਆਂ ਨਹੀਂ ਗੀਆਂ, ਉਹ ਆਪਦਾ ਡੀਜ਼ਲ ਵਧਾਈ ਜਾਂਦੀਆਂ, ਅੱਗੇ ਆਮ ਜਨਤਾ ਕੀ ਕਰੇ। ਬਠਿੰਡਾ ਦੇ ਲਹਿਰਾ ਬੇਗਾ ਟੋਲ ਪਲਾਜ਼ਾ ਦੀ ਗੱਲ ਕਰੀਏ ਤਾਂ ਇਸ ਟੋਲ ਪਲਾਜ਼ੇ ਤੋਂ ਇੱਕ ਹੋਰ ਪਿੰਡ ਨੂੰ ਰਾਹਤ ਮਿਲੀ ਹੈ। ਇਹ ਹੈ ਬੁਰਜ ਕਾਨ ਸਿੰਘ ਵਾਲਾ। ਪਿੰਡ ਬੁਰਜ ਕਾਨ ਸਿੰਘ ਵਾਲਾ ਨੂੰ ਵੀ ਇਸ ਟੋਲ ਪਲਾਜ਼ੇ ਤੋਂ ਪਰਚੀ ਦੀ ਰਾਹਤ ਦਿੱਤੀ ਗਈ ਹੈ ਤੇ ਹਾਲਾਂਕਿ ਫਾਸਟ ਟੈਗ ਲਗਾਉਣ ਲਈ ਕਿਹਾ ਗਿਆ ਹੈ, ਪਰ ਉਹਨਾਂ ਦੇ ਪੈਸੇ ਨਹੀਂ ਕੱਟਣਗੇ। ਇਹ ਹਰ ਟੋਲ ਪਲਾਜ਼ੇ ਦੇ ਲਈ ਕੁਝ ਨਿਯਮ ਹੁੰਦੇ ਨੇ ਕਿ ਆਸ-ਪਾਸ ਦੇ ਕੁਝ ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਪਿੰਡਾਂ ਨੂੰ ਰਾਹਤ ਦੇਣਾ ਜ਼ਰੂਰੀ ਹੁੰਦਾ ਹੈ ਤੇ ਬੁਰਜ ਕਾਨ ਸਿੰਘ ਵਾਲਾ ਦੇ ਲੋਕਾਂ ਨੇ ਇੱਕ ਮੰਗ ਜਿਹੜੀ ਹੈ ਉਹ ਲਗਾਤਾਰ ਕੀਤੀ ਸੀ ਕਿ ਉਹਨਾਂ ਦੇ ਪਿੰਡ ਨੂੰ ਵੀ ਰਾਹਤ ਮਿਲਣੀ ਚਾਹੀਦੀ ਹੈ ਤੇ ਟੋਲ ਪਲਾਜ਼ਾ ਕੰਪਨੀ ਦੇ ਵੱਲੋਂ ਇਸ ਪਿੰਡ ਨੂੰ ਰਾਹਤ ਦੇ ਦਿੱਤੀ ਗਈ ਹੈ। ਤੇ ਬੁਲੇਟਿਨ ਦੇ ਅੰਤ ਵਿੱਚ ਗੱਲ ਕਰ ਲੈਂਦੇ ਹਾਂ ਮੌਸਮ ਦੀ। ਬਠਿੰਡਾ ਤੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਅਗਲੇ 3 ਦਿਨ ਤੱਕ ਮੌਸਮ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ। ਦੱਸ ਦਈਏ ਕਿ ਅਗਲੇ 3 ਦਿਨ ਹਨੇਰੀ, ਤੇਜ਼ ਹਵਾਵਾਂ ਤੇ ਬਾਰਿਸ਼ ਦਾ ਅਨੁਮਾਨ ਜਿਹੜਾ ਉਹ ਲਗਾਇਆ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀ ਫਸਲ ਸੰਭਾਲਣ ਦੇ ਮਾਮਲੇ ਦੇ ਵਿੱਚ ਖਾਸ ਕਰਕੇ ਕਣਕ ਦੀ ਫਸਲ ਦੀ ਵਾਢੀ ਕੁਝ ਦੇਰ ਲਈ ਰੋਕ ਦੇਣ ਤਾਂ ਕਿ ਇਸ ਬਾਰਿਸ਼ ਤੇ ਕਹਿ ਲਈਏ ਕਿ ਹਨੇਰੀ ਦੇ ਮੌਸਮ ਤੋਂ ਬਚਿਆ ਜਾ ਸਕੇ। ਅਗਲੇ 3 ਦਿਨ ਜਿਹੜਾ ਹੈ ਬਠਿੰਡਾ ਖੇਤਰ ਦੇ ਵਿੱਚ ਮੌਸਮ ਜਿਹੜਾ ਉਹ ਉਸ ਦਾ ਅਨੁਮਾਨ ਹੈ ਕਿ ਹਨੇਰੀ ਤੇ ਬਾਰਿਸ਼ ਜਿਹੜੀ ਉਹ ਪੈ ਸਕਦੀ ਹੈ। ਜਾਂਦੇ ਜਾਂਦੇ ਫੇਰ ਇੱਕ ਨਜ਼ਰ ਬੁਲੇਟਿਨ ਦੀਆਂ ਖਾਸ ਖਬਰਾਂ ਤੇ। ਗਰਮੀ ਦਾ ਪ੍ਰਕੋਪ ਵਧਦਿਆਂ ਹੀ ਬਿਜਲੀ ਸੰਕਟ ਹੋਣ ਲੱਗਾ ਗੰਭੀਰ। ਥਰਮਲ ਪਲਾਂਟਾਂ ਵਿੱਚ ਪੈਦਾ ਹੋਣ ਲੱਗੀ ਕੋਲੇ ਦੀ ਕਿੱਲਤ। ਬਿਜਲੀ ਮਾਫੀ ਦੇ ਐਲਾਨ ਤੇ ਬਿਜਲੀ ਮੰਤਰੀ ਦਾ ਨਵਾਂ ਐਲਾਨ। ਕਿਹਾ 1 ਕਿਲੋਵਾਟ ਵੱਧ ਲੋਡ ਵਾਲੇ ਐਸਸੀ ਉਪਭੋਗਤਾ ਨੂੰ ਵੀ ਵੱਧ ਯੂਨਿਟ ਤੇ ਦੇਣਾ ਪਵੇਗਾ ਪੂਰਾ ਬਿੱਲ। ਗੁਲਾਬੀ ਸੁੰਡੀ ਦੇ ਝੰਬੇ ਕਿਸਾਨਾਂ ਤੇ ਦੋਹਰੀ ਮਾਰ ਹੋਈ ਬਰਦਾਸ਼ਤ ਤੋਂ ਬਾਹਰ।
ਕਣਕ ਦੇ ਘਟੇ ਝਾੜ ਕਾਰਨ ਤੇਜ਼ ਹੋਇਆ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ। ਬਠਿੰਡਾ ਜ਼ਿਲ੍ਹੇ 'ਚ ਇੱਕੋ ਦਿਨ 2 ਕਿਸਾਨਾਂ ਵੱਲੋਂ ਖੁਦਕੁਸ਼ੀ। ਨਵੀਂ ਸਰਕਾਰ ਬਣਨ ਤੇ ਵੀ ਚਿੱਟੇ ਤੋਂ ਰਾਹਤ ਨਹੀਂ ਹੋ ਰਹੀ ਅਸਰਦਾਰ ਕਾਰਵਾਈ। ਸ਼ਰੇਆਮ ਵਿਕਦੇ ਚਿੱਟੇ ਨੂੰ ਰੋਕਣ ਲਈ ਲੋਕ ਖੁਦ ਆ ਰਹੇ ਨੇ ਅੱਗੇ। ਬਠਿੰਡਾ ਵਿੱਚ ਲੋਕਾਂ ਨੇ ਇੱਕ ਲੜਕੀ ਨੂੰ ਮੁੰਡੇ ਤੋਂ ਚਿੱਟਾ ਖਰੀਦਣ ਦੇ ਇਲਜ਼ਾਮਾਂ ਤਹਿਤ ਕੀਤਾ ਪੁਲਿਸ ਹਵਾਲੇ, ਜਾਂਚ ਜਾਰੀ। ਅਤੇ ਮੌਸਮ ਵਿਭਾਗ ਦਾ ਕਿਸਾਨਾਂ ਦੇ ਸਾਹ ਸੁਕਾਉਣ ਵਾਲਾ ਅਨੁਮਾਨ, ਅਗਲੇ 3 ਦਿਨ ਚੱਲ ਸਕਦੀ ਹੈ ਤੇਜ਼ ਹਨੇਰੀ ਤੇ ਹੋ ਸਕਦੀ ਹੈ ਬਾਰਿਸ਼। ਬਠਿੰਡਾ ਖਬਰਨਾਮਾ ਦੇ ਇਸ ਬੁਲੇਟਿਨ ਵਿੱਚ ਹੁਣ ਤੱਕ ਲਈ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੁਹਾਡੇ ਨਾਲ ਬਣਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।